हम अवगुण भरे एक गुण नाहि। अमृत छाड़ बिख बिख माया मोह भरम सुत दारा स्यों। एक उत्तम पंथ सुन्यो गुर संगत तेह मिलंत जाम समेटाए। अरदास पाठ कीरत की गुर रामदास राखो सरनाए। टल गुर सेविया अहनस सहज दर्शन परस्य गुरु का जन्म मरण दुख जाए। सिफत खसंबंधी नूर हर सोह गुर सोह चटिया। तुद डिठे सच्चे पातशाह माल जन्म जन्म दे कटिया। जन सच्चा पातशाह सिर साहद साहो। जिस पास बैठया सोहिया सबना दा विसाहो। सतनाम श्री वाहेगुरु साहिब जी। गूजरे श्री त्रिलोचन जियो के पद घर पहला एक ओंकार सतगुर प्रसाद। अंतरमल निर्मल नहीं कीना बाहर पेख उदासे। हृदय कमल घट ब्रह्म न चीना। काहे भया सन्यासे अंतरमल निर्मल नहीं कीना बाहर पेख उदासे। हृदय कमल काट ब्रह्म न चीना। काहे भया सन्यासे परम भूले रे जय चंदा। नहीं नहीं चीन्या परमानंदा। रहाओ घर घर खाया पिंड बधाया। खिंथा मुंदा माया भूम मसान के भस्म लगाए। गुर बिन तत् न पाया। काए जप हो रे काए तप हो रे। काए बिलोव हो पाने। लख 84 है जिन उपाय। सो सिमरो हो निर्बाणे।
ਕਮੰਡਲ ਕਾਪੜੀਆ ਰੇ 68 ਕਾਏ ਫਿਰਾਹੇ ਭਦਤ ਤ੍ਰਿਲੋਚਨ ਸੁਨ ਰੇ ਪ੍ਰਾਣੇ ਕਾਣ ਬੇਣ ਗਾਹੋ ਕੇ ਪਾਹੇ ਕਾਏ ਕਮੰਡਲ ਕਾਪੜਿਆ ਰੇ 68 ਕਾਏ ਫਿਰਾਹੇ ਭਦਤ ਤ੍ਰਿਲੋਚਨ ਸੁਨ ਰੇ ਪ੍ਰਾਣੇ ਕਾਣ ਬਿਨ ਗਾਹੋ ਕੇ ਪਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਦਇਆ ਨਿਧ ਅੰਤਰਯਾਮੀ ਸਤਿਗੁਰੂ। ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਨਾਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਆਪਣੇ ਜੀਵਨ ਦੀਆਂ ਘੜੀਆਂ ਸਮਾਂ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਧੁਰਕੀ ਅਕਾਲੀ ਬਾਣੀ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਦਇਆਨਿਧ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੀਆਂ ਸੁਰਤੀਆਂ ਵਿੱਚ ਵਸਾਈਏ, ਕਿਉਂਕਿ ਸ਼ਬਦ ਸੂਖਸ਼ਮ ਹੈ। ਇਸ ਦੀ ਪਕੜ ਜਿਹੜੀ ਹੈ ਉਹ ਸੰਪੂਰਨ ਰੂਪ ਦੇ ਵਿੱਚ ਨਹੀਂ ਹੋ ਸਕਦੀ। ਸਾਡੀ ਸੁਰਤੀ ਵੀ ਸੂਖਸ਼ਮ ਹੈ, ਤੋ ਸੂਖਸ਼ਮ ਸੁਰਤੀ ਵਿੱਚ ਹੀ ਸਤਿਗੁਰਾਂ ਦੇ ਸ਼ਬਦ ਦਾ ਨਿਵਾਸ, ਸਤਿਗੁਰਾਂ ਦੇ ਸ਼ਬਦ ਦਾ ਟਿਕਾ ਹੁੰਦਾ ਹੈ। ਗੁਰੂ ਚਰਨਾਂ ਵਿੱਚ ਅਰਜ਼ੋਈ ਹੈ, ਬੇਨਤੀ ਹੈ ਕਿ ਸਤਿਗੁਰੂ ਜੀ ਸ਼ਬਦ ਸੁਰਤ ਦਾ ਮੇਲ ਬਖਸ਼ਿਸ਼ ਕਰਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸੰਭੂ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਗੂਜਰੇ ਸ੍ਰੀ ਤ੍ਰਿਲੋਚਨ ਜੀਓ ਕੇ ਪਦ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੂਜਰੀ ਰਾਗ ਹੈ। ਸ੍ਰੀ ਤ੍ਰਿਲੋਚਨ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 15 ਭਗਤਾਂ ਚੋਂ ਗੁਰੂ ਘਰ ਦੇ ਆਨੇਨ ਸੇਵਕ ਜਾਂ ਇਸ ਤਰ੍ਹਾਂ ਕਹਿ ਲਈਏ ਸਾਰੇ ਸੰਸਾਰ ਦੇ ਸਾਰੇ ਵਿਸ਼ਵ ਦੇ ਪਿਆਰੇ ਭਗਤ ਤ੍ਰਿਲੋਚਨ ਜੀ, ਇਹਨਾਂ ਦੇ ਪਵਿੱਤਰ ਪਦੇ ਪ੍ਰਾਰੰਭ ਹੋ ਰਹੇ ਨੇ। ਪਹਿਲੇ ਘਰ ਸੁਰਤਾਲ ਵਿੱਚ
ਇਹਨਾਂ ਪਵਿੱਤਰ ਪਦਿਆਂ ਨੂੰ ਗਾਉਣ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ। ਇੱਕ ਦਾ ਮਤਲਬ ਹੁੰਦਾ ਅਦੁੱਤੀ, ਇੱਕ ਜੋ ਸੰਗਿਆ ਵਾਚਕ ਇੱਕ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਓੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਨਾਮ ਹੈ। ਪਰਮੇਸ਼ਰ ਦੇ ਬੇਅੰਤ ਨਾਮਾਂ ਵਿੱਚੋਂ ਇੱਕ ਅੰਮ੍ਰਿਤ ਨਾਮ ਓੰਕਾਰ ਜੋ ਬੜਾ ਹੀ ਪਿਆਰਾ, ਪਵਿੱਤਰ ਤੇ ਨਿਰਮਲ ਹੈ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਪੂਰੇ ਵਿਸ਼ਵ ਭਰ ਦੇ ਵਿੱਚ ਅਗਰ ਕੋਈ ਸਭ ਤੋਂ ਪਹਿਲਾ ਸ਼ਬਦ ਹੈ ਤਾਂ ਉਹ ਓੰਕਾਰ ਹੈ। ਓੰਕਾਰ ਦੇ ਨਾਦ ਤੋਂ ਹੀ ਸਾਰਾ ਵਿਸ਼ਵ, ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਉਤਪੰਨ ਹੋਈ ਹੈ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਬਚਿੱਤਰ ਨਾਟਕ ਦੇ ਅੰਦਰ ਓੰਕਾਰ ਪੂਰ ਧੁਨ ਲਹਾ ਕਿ ਓੰਕਾਰ ਦੀ ਇਸ ਧੁਨੀ ਦਾ ਜਦੋਂ ਪੂਰਨ ਰੂਪ ਦੇ ਵਿੱਚ ਸਾਰੇ ਜਗਤ ਦੇ ਵਿੱਚ ਆਲਾਪ ਹੋਇਆ, ਉਸੇ ਨਾਦ ਤੋਂ ਓੰਕਾਰ ਦੀ ਗੂੰਜ ਤੋਂ ਸਾਰੇ ਸੰਸਾਰ ਦੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਤੋ ਇਸ ਕਰਕੇ ਓੰਕਾਰ ਗੁਰਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢ ਦੇ ਵਿੱਚ, ਪ੍ਰਾਰੰਭ ਦੇ ਵਿੱਚ ਉਚਾਰਨ ਕੀਤਾ ਹੈ, ਜੋ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਔਰ ਸੰਘਾਰਨ ਵਾਲਾ ਹੈ। ਸੱਤ ਦਾ ਉਪਦੇਸ਼ ਦੇਣ ਵਾਲੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਅੰਤਰ ਮਲ ਨਿਰਮਲ ਨਹਿ ਕੀਨਾ, ਬਾਹਰ ਭੇਖ ਉਦਾਸੇ। ਭਗਤ ਤਰਲੋਚਨ ਜੀ ਇੱਕ ਜੈ ਚੰਦ ਨਾਮ ਦੇ ਪੰਡਤ ਨਾਲ ਵਾਰਤਾ ਕਰ ਰਹੇ ਨੇ। ਜੈ ਚੰਦ ਨਾਮ ਦੇ ਇਸ ਬ੍ਰਾਹਮਣ ਨਾਲ ਜੋ ਕਰਮਕਾਂਡੀ ਹੈ, ਤਿਸ ਦੇ ਨਾਲ ਭਗਤ ਤਰਲੋਚਨ ਜੀ ਦੀ ਵਿਚਾਰ ਗੋਸ਼ਟੀ ਹੋ ਰਹੀ ਹੈ। ਮਹਾਂਪੁਰਸ਼ਾਂ ਭਗਤਾਂ ਦੀ ਵਿਚਾਰ ਗੋਸ਼ਟੀ ਚੋਂ ਸਾਡੇ ਵਰਗੇ ਅਲਪੱਗ ਬੁੱਧੀ ਵਾਲੇ, ਤੁੱਛ ਬੁੱਧੀ ਵਾਲੇ ਜੀਵਾਂ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਉਹਨਾਂ ਅੰਦਰ ਹੋਈ ਆਪਸੀ ਵਾਰਤਾਲਾਪ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਕਹਿਣ ਲੱਗੇ, ਪੰਡਤ ਜੀ, ਅੰਦਰੋਂ ਆਪਣੇ ਮਨ ਨੂੰ ਨਿਰਮਲ ਨਹੀਂ ਕੀਤਾ। ਮੈਲਾ ਤਾਂ ਮਨ ਹੈ, ਮਲਨ ਤਾਂ ਸਾਡਾ ਅੰਤਸ਼ਕਰਨ ਹੈ। ਅੰਤਸ਼ਕਰਨ ਨੂੰ ਨਿਰਮਲ ਨਹੀਂ ਕੀਤਾ, ਪਵਿੱਤਰ ਨਹੀਂ ਕੀਤਾ, ਸ਼ੁੱਧ ਨਹੀਂ ਕੀਤਾ। ਇਹ ਤਾਂ ਉਹ ਗੱਲ ਹੋਈ ਕਿ ਸੱਪ ਖੁੱਡ ਦੇ ਵਿੱਚ ਪ੍ਰਵੇਸ਼ ਕਰ ਗਿਆ, ਉੱਤੋਂ ਖੁੱਡ ਨੂੰ ਤਾਂ ਡਾਂਗਾਂ ਨਾਲ ਕੁੱਟੀ ਜਾਂਦੇ ਹੋ, ਪਰ ਖੁੱਡ ਨੂੰ ਕੁੱਟਣ ਦੇ ਨਾਲ ਸੱਪ ਦਾ ਤਾਂ ਨਹੀਂ ਕੁਝ ਵਿਗੜਦਾ। ਤੈਸੇ ਕੇਵਲ ਕਰਮ ਕਾਂਡ ਆਪਣੇ ਸਰੀਰ ਦੇ ਨਾਲ ਕਰ ਰਹੇ, ਤੇ ਸਰੀਰ ਦੇ ਕੀਤੇ ਹੋਏ ਕਰਮ ਕਾਂਡਾਂ ਦੁਆਰਾ ਮਨ ਅੰਤਸ਼ਕਰਨ ਸ਼ੁੱਧ ਨਹੀਂ ਹੁੰਦਾ। ਹਾਂ, ਜੇ ਕੋਈ ਉਹ ਕਰਮ ਨਿਸ਼ਕਾਮ ਭਾਵ ਦੇ ਨਾਲ ਕੀਤੇ ਜਾਣ, ਕਾਮਨਾ ਰਹਿਤ ਹੋ ਕੇ ਕਰਮ ਕੀਤੇ ਜਾਣ, ਤਾਂ ਨਿਸ਼ਕਾਮ ਕੀਤੇ ਹੋਏ ਕਰਮ ਸਾਡੇ ਅੰਤਸ਼ਕਰਨ ਦੀ ਸ਼ੁੱਧੀ ਕਰਦੇ ਹਨ। ਪਰ ਜੇ ਕਾਮਨਾ ਸਹਿਤ ਕੀਤੇ ਹੋਏ ਕਰਮ ਨੇ ਤਾਂ ਉਹ ਅੰਤਸ਼ਕਰਨ ਨੂੰ ਹੋਰ ਮਲਨ ਕਰਦੇ ਨੇ, ਹੋਰ ਮੈਲਾ ਕਰਦੇ ਨੇ। ਇਸ ਕਰਕੇ ਭਗਤ ਜੀ ਕਹਿੰਦੇ, ਭਾਈ, ਆਪਣੇ ਅੰਤਸ਼ਕਰਨ ਨੂੰ ਤਾਂ ਤੁਸੀਂ ਮੈਲ ਸਹਿਤ ਮਲਨ ਕੀਤਾ ਹੋਇਆ, ਉਸ ਨੂੰ ਧੋਣ ਦਾ, ਉਸ ਨੂੰ ਨਿਰਮਲ ਕਰਨ ਦਾ ਕੋਈ ਯਤਨ ਨਹੀਂ ਕੀਤਾ। ਬਾਹਰੋਂ ਉਦਾਸੀਆਂ ਵਾਲਾ ਭੇਖ ਧਾਰਨ ਕੀਤਾ ਹੋਇਆ। ਬਾਹਰ ਭੇਖ, ਉਦਾਸੀ। ਉਦਾਸੀ ਦਾ ਮਤਲਬ ਹੁੰਦਾ ਉਪਰਾਮਤਾ, ਕਿ ਜੀ ਮੇਰਾ ਹੁਣ ਸੰਸਾਰ ਵੱਲੋਂ ਮਨ ਵਿਰਾਗੀ ਹੋ ਗਿਆ, ਘਰ ਵੱਲੋਂ, ਗ੍ਰਸਥ ਧਰਮ ਵੱਲੋਂ ਮੈਂ ਹੁਣ ਸੰਨਿਆਸੀ ਹੋ ਕੇ ਘਰ-ਬਾਰ ਦਾ ਤਿਆਗ ਕਰਕੇ ਚੱਲਿਆ, ਉਹਨੂੰ ਕਹਿੰਦੇ ਨੇ ਉਦਾਸੀ।
ਐਸੇ ਬੜੇ ਸਨ ਜਿਨ੍ਹਾਂ ਨੇ ਉਪਰਾਮਤਾ ਦੇ ਨਾਮ ਤੇ ਘਰ-ਬਾਰ ਦਾ ਪ੍ਰਤਿਆਗ ਕੀਤਾ ਕਿ ਅਸੀਂ ਗ੍ਰਸਤ ਮਾਰਗ ਛੱਡ ਦਿੱਤਾ, ਅਸੀਂ ਉਦਾਸੀਨਤਾ ਉਪਰਾਮਤਾ ਦੀ ਬਿਰਤੀ ਧਾਰਨ ਕਰ ਲਈ ਹੈ। ਔਰ ਉਪਰਾਮਤਾ ਤੇ ਉਦਾਸੀਨਤਾ ਦੀ ਬਿਰਤੀ ਧਾਰਨ ਕਰਕੇ ਜਗਤ ਵਿੱਚ ਵਿਚਰੇ, ਪਰ ਪਕੜ ਉਹਨਾਂ ਦੀ ਫਿਰ ਕਿਸੇ ਨਾ ਕਿਸੇ ਜਗ੍ਹਾ ਤੇ ਕਿਸੇ ਨਾ ਕਿਸੇ ਪਦਾਰਥ ਤੇ ਫਿਰ ਜਾ ਕੇ ਬਣ ਗਈ। ਇਸੇ ਕਰਕੇ ਭਗਤ ਜੀ ਨੇ ਵੀ ਕਿਹਾ ਮਾਇਆ ਛੱਡੀ ਹੈ, ਪਰ ਮਾਇਆ ਨੂੰ ਛੱਡਣ ਦਾ ਮਾਣ ਨਹੀਂ ਤਿਆਗ ਸਕੇ, ਕਿਉਂਕਿ ਮਾਣ ਫਿਰ ਆਪਣੇ ਹਿਰਦੇ ਵਿੱਚ ਉਸੇ ਤਰ੍ਹਾਂ ਹੀ ਪਾਲਿਆ ਹੋਇਆ। ਤੋਂ ਬਾਹਰੋਂ ਕੇਵਲ ਉਦਾਸੀਆਂ ਵਾਲਾ ਭੇਖ ਧਾਰਨ ਕਰਨ ਨਾਲ ਕਿ ਜੀ ਅਸੀਂ ਤਾਂ ਸੰਨਿਆਸੀ ਹਾਂ, ਅਸੀਂ ਤਾਂ ਜੀ ਵੇਖੋ ਆਪਣੇ ਖੀਸੇ ਨੂੰ ਜੇਬ ਤੱਕ ਨਹੀਂ ਲਾਈ ਹੋਈ। ਸਾਡਾ ਜਿਹੜਾ ਖੀਸਾ ਹੈ ਇਹਨੂੰ ਅਸੀਂ ਜੇਬ ਵੀ ਨਹੀਂ ਲਾਈ ਹੋਈ ਜੀ, ਅਸੀਂ ਤਾਂ ਪੈਸੇ ਨੂੰ ਹੱਥ ਵੀ ਨਹੀਂ ਲਾਉਂਦੇ। ਪੁੱਛੋ ਭਾਈ ਤੁਹਾਡਾ ਖਰਚ ਕਿਵੇਂ ਚੱਲਦਾ ਹੈ? ਏਡਾ ਵੱਡਾ ਡੇਰਾ ਹੈ, ਕਹਿੰਦੇ ਜੀ ਬੈਂਕ ਵਿੱਚ ਹੀ ਸਿੱਧੇ ਪਾ ਦਿੰਦੇ ਆ ਜਿਨ੍ਹਾਂ ਪਾਣੇ ਹੁੰਦੇ ਆ। ਫਿਰ ਛੱਡਿਆ ਕੀ ਹੈ, ਤਿਆਗਿਆ ਕੀ ਹੈ? ਸੋ ਕਹਿਣ ਤੋਂ ਭਾਵ ਬਾਹਰ ਭੇਖ ਉਦਾਸੀ, ਬਾਹਰੋਂ ਕੇਵਲ ਟਕਵੰਜ ਕਰਨ ਵਾਸਤੇ, ਪਖੰਡ ਕਰਨ ਵਾਸਤੇ ਕਿ ਲੋਕ ਬਾਹਰ ਦੇ ਸਵਰੂਪ ਨੂੰ ਵੇਖ ਕੇ ਛੇਤੀ ਭਰਮ ਜਾਂਦੇ ਹਨ। ਅਸੀਂ ਬਾਹਰਲਾ ਹੀ ਸਰੂਪ ਵੇਖਦੇ ਹਾਂ, ਕਿਉਂਕਿ ਸਾਡੇ ਕੋਲੋਂ ਦ੍ਰਿਸ਼ਟੀ ਨਹੀਂ ਕਿ ਕਿਸੇ ਦੇ ਅੰਦਰ ਝਾਤ ਮਾਰ ਕੇ ਕਿਸੇ ਦੇ ਅੰਤਸ਼ਕਰਣ ਦੀ ਪੜ੍ਹਾਈ ਕਰ ਸਕੀਏ, ਕਿਸੇ ਦੇ ਅੰਦਰ ਦੇ ਭਾਵ ਅਸੀਂ ਵੇਖ ਸਕੀਏ। ਸਾਡੇ ਕੋਲੇ ਦ੍ਰਿਸ਼ਟੀ ਨਹੀਂ ਹੈ। ਅਸੀਂ ਤਾਂ ਬਾਹਰੀ ਠਾਠ ਵੇਖਣਾ, ਬਾਹਰੀ ਸਵਰੂਪ ਵੇਖਣਾ ਜੀ। ਬੜੀ ਮਰਿਆਦਾ ਹੈ ਉਹਨਾਂ ਦੀ, ਉਹ ਤਾਂ ਬੜੀ ਸੁਚਮਤਾ ਰੱਖਦੇ ਨੇ ਜੀ। ਬਾਹਰੋਂ ਰੱਖਣੀ ਚਾਹੀਦੀ ਹੈ, ਜੇ ਰੱਖਦੇ ਨੇ ਤੇ ਕਿਸੇ ਤੇ ਅਹਿਸਾਨ ਨਹੀਂ ਹੈ। ਆਮ ਕਰਕੇ ਕਈ ਲੋਕ ਇਹ ਵੀ ਕਹਿੰਦੇ ਸੁਣੀਦੇ ਹਨ ਜੀ ਫਲਾਣੇ ਦਾ ਬੜਾ ਨਿਤਨੇਮ ਹੈ ਜੀ, ਫਲਾਣੇ ਦੀ ਬੜੀ ਭਜਨ ਬੰਦਗੀ ਹੈ ਜੀ। ਹਾਂ ਉਹਦੀ ਤਾਂ ਹੈ, ਆਪ ਕਿੰਨੇ ਪਾਠ ਕਰ ਲੈਣਾ ਰੋਜ਼ ਭਾਈ, ਤੇਰੀ ਕਿੰਨੀ ਕੁ ਬੰਦਗੀ ਹੈ? ਦੂਜੇ ਦੀ ਤਾਂ ਹੈ, ਉਹਦੇ ਵਿੱਚੋਂ ਤੈਨੂੰ ਤਾਂ ਨਹੀਂ ਹਿੱਸਾ ਮਿਲ ਜਾਣਾ। ਜੇ ਉਹਦੀ ਹੈ ਤਾਂ ਉਹਦੇ ਕੋਲ ਹੀ ਰਹਿਣੀ ਹੈ। ਇਸ ਕਰਕੇ ਭਾਈ ਬਾਹਰਲੇ ਕੇਵਲ ਭੇਖ ਨੂੰ ਵੇਖ ਕੇ ਗੁਰਸਿੱਖ ਨਹੀਂ ਭਰਮਦਾ। ਭੇਖ ਤਾਂ ਕਿਸੇ ਵੀ ਪ੍ਰਕਾਰ ਦਾ ਕੋਈ ਧਾਰਨ ਕਰ ਸਕਦਾ ਹੈ। ਤੋ ਬਾਹਰ ਭੇਖ ਉਦਾਸੀ, ਬਾਹਰੋਂ ਉਦਾਸੀਆਂ ਵਾਲਾ ਭੇਖ ਧਾਰਨ ਕੀਤਾ ਹੈ। ਹਿਰਦਾ ਅੰਤਸ਼ਕਰਨ ਆਪਣਾ ਮਲੀਨ ਹੈ, ਮੈਲਾ ਹੈ, ਉਸ ਨੂੰ ਸ਼ੁੱਧ ਕਰਨ ਦਾ, ਨਿਰਮਲ ਕਰਨ ਦਾ ਯਤਨ ਨਹੀਂ ਕੀਤਾ। ਹਿਰਦੈ ਕਮਲ ਘਾਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੇ। ਹਿਰਦੇ ਰੂਪੀ ਕਮਲ ਵਿੱਚ ਪਰਮਾਤਮਾ ਵਸਦਾ, ਪਰਮੇਸ਼ਰ ਵਸਦਾ। ਸਾਰਿਆਂ ਦੇ ਘਟਾਂ ਵਿੱਚ, ਸਾਰਿਆਂ ਦੇ ਹਿਰਦਿਆਂ ਵਿੱਚ ਰੱਬ ਵਸਦਾ। ਐਸਾ ਕੋਈ ਘਟ ਨਹੀਂ ਜਿਸ ਵਿੱਚ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਸੱਤਾ ਨਹੀਂ ਹੈ। ਜੋ ਜਰੇ ਜਰੇ ਵਿੱਚ, ਕਣ ਕਣ ਵਿੱਚ ਵਸਦਾ, ਸਾਰਿਆਂ ਘਟਾਂ ਵਿੱਚ ਵਸਦਾ, ਸਾਰਿਆਂ ਹਿਰਦਿਆਂ ਵਿੱਚ ਵਸਦਾ। ਜੋ ਹਿਰਦੇ ਵਿੱਚ ਵਸ ਰਿਹਾ ਉਸ ਨੂੰ ਨਹੀਂ ਚੀਨਾ ਦਾ ਮਤਲਬ ਹੁੰਦਾ ਉਹਨੂੰ ਜਾਣਿਆ ਨਹੀਂ। ਚੀਨਾ ਦਾ ਅਰਥ ਵੇਖਣਾ ਵੀ ਹੁੰਦਾ, ਉਹਨੂੰ ਵੇਖਿਆ ਹੀ ਨਹੀਂ। ਜੋ ਘਟ ਵਿੱਚ ਸੀ, ਜੋ ਹਿਰਦੇ ਵਿੱਚ ਸੀ, ਉਸ ਨੂੰ ਨਹੀਂ ਵੇਖਿਆ, ਬਾਹਰ ਭਟਕਦਾ ਫਿਰਿਆ। ਤੇ ਜੇ ਹਿਰਦੇ ਵਿੱਚ ਵਸਦੇ ਹੋਏ ਬ੍ਰਹਮ ਨੂੰ ਨਹੀਂ ਵੇਖਿਆ ਤੇ ਬਾਹਰੋਂ ਸੰਨਿਆਸੀਆਂ ਵਾਲਾ ਭੇਖ ਧਾਰਨ ਕੀਤਾ ਤਾਂ ਉਹ ਕਿਹੜੇ ਕੰਮ ਦਾ? ਬਾਹਰ ਭੇਖ ਸੰਨਿਆਸੀ, ਸੰਨਿਆਸੀ ਬਾਹਰੋਂ ਸੰਨਿਆਸੀ ਬਣ ਗਿਆ, ਬਾਹਰੋਂ ਸੰਨਿਆਸਤ ਬਿਰਤੀ ਧਾਰਨ ਕਰ ਲਈ। ਸੰਨਿਆਸੀ ਦਾ ਜੀਵਨ ਇਤਨਾ ਕਰੜਾ ਹੁੰਦਾ ਹੈ ਕਿ ਸੰਨਿਆਸੀ ਨੂੰ ਆਪਣੇ ਨਾਲ ਆਪਣੀ ਇੱਕ ਲੰਗੋਟੀ ਜਾਂ ਸਰੀਰ ਤੇ ਇੱਕ ਚਾਦਰ ਤੋਂ ਵੱਧ ਰੱਖਣ ਦਾ ਹੁਕਮ ਨਹੀਂ ਹੈ। ਔਰ ਹੱਥ ਵਿੱਚ ਇੱਕ ਕਰਮੰਡਲ ਔਰ ਇੱਕ ਰੱਸੀ, ਇਹਦੇ ਤੋਂ ਇਲਾਵਾ ਹੋਰ ਕੁਝ ਉਹਨੇ ਆਪਣੇ ਨਾਲ ਨਹੀਂ ਰੱਖਣਾ। ਕਰਮੰਡਲ ਪਾਣੀ ਵਾਸਤੇ, ਰੱਸੀ ਤਾਂ ਜਿੱਥੇ ਖੂਹ ਹੋਵੇ ਉੱਥੋਂ ਪਾਣੀ ਕੱਢਣ ਵਾਸਤੇ।
ਕੇਵਲ ਇਹਨਾਂ ਚੀਜ਼ਾਂ ਦੇ ਵਿੱਚ ਸੰਨਿਆਸੀ ਨੂੰ ਬਰਤਨ ਦੇ ਵਿੱਚ ਖਾਣ ਦਾ ਵੀ ਹੁਕਮ ਨਹੀਂ ਕਿ ਉਹ ਕਿਸੇ ਭਾਂਡੇ ਵਿੱਚ ਕਿਸੇ ਬਰਤਨ ਵਿੱਚ ਖਾਵੇ। ਸੰਨਿਆਸੀ ਨੇ ਅਗਰ ਕੋਈ ਇਹੋ ਜਿਹੀ ਸਬਜ਼ੀ ਭਾਜੀ ਹੈ ਜਿਹੜੇ ਪ੍ਰਸ਼ਾਦੇ ਤੇ ਨਹੀਂ ਟਿਕਦੀ, ਤੇ ਨਾਰੀਅਲ ਦਾ ਜਿਹੜਾ ਖੋਪਾ ਹੁੰਦਾ ਟੁੱਟਾ ਹੋਇਆ ਬਾਹਰਲਾ ਛਿਲਕਾ ਉਹਦੇ ਵਿੱਚ ਪਾ ਕੇ ਖਾਣ ਦਾ ਹੁਕਮ ਹੈ, ਨਾ ਕਿਸੇ ਬਰਤਨ ਵਿੱਚ। ਇਹ ਜੋ ਸੰਨਿਆਸੀਆਂ ਵਾਸਤੇ ਸੰਨਿਆਸ ਧਰਮ ਦੇ ਬਣਾਏ ਹੋਏ ਨਿਯਮ ਨੇ ਉਹਨਾਂ ਦੇ ਤਹਿਤ। ਪਰ ਜੇ ਕੋਈ ਸੰਨਿਆਸੀ ਤਾਮ ਝਾਮ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਫਿਰ ਬਾਅਦ ਵਿੱਚ ਆਖੇ ਜੀ ਅਸੀਂ ਤਾਂ ਸੰਨਿਆਸੀ ਹੁੰਨੇ ਹਾਂ, ਇਹ ਸੰਨਿਆਸੀ ਦਾ ਜੀਵਨ ਨਹੀਂ ਹੈ। ਉਹ ਤਾਂ ਪਖੰਡੀ ਹੋ ਸਕਦਾ, ਸੰਨਿਆਸੀ ਨਹੀਂ ਹੋ ਸਕਦਾ, ਗੰਭੀ ਹੋ ਸਕਦਾ। ਤੇ ਕਹਿੰਦੇ ਬਾਹਰੋਂ ਸੰਨਿਆਸੀ ਬਣਿਆ ਹੋਇਆ, ਜੋ ਆਪਣੇ ਹਿਰਦੇ ਵਿੱਚ ਵਸਦਾ ਬ੍ਰਹਮ ਹੈ ਉਸ ਨੂੰ ਨਹੀਂ ਵੇਖਿਆ, ਉਸ ਨੂੰ ਨਹੀਂ ਜਾਣਿਆ। ਭਰਮੈ ਭੂਲੇ ਰੇ ਜੈ ਚੰਦਾ। ਇਹ ਜੈ ਚੰਦ ਜੀ ਭਰਮ ਦੇ ਵਿੱਚ ਹੀ ਭੁੱਲੇ ਫਿਰਦੇ। ਭਰਮ ਹੀ ਹੈ ਕਿ ਮੈਂ ਸੰਨਿਆਸੀ ਹਾਂ। ਜਿਹੜਾ ਭਰਮ ਪੈ ਜਾਂਦਾ ਨਾ, ਕਈ ਵਾਰੀ ਕਿਸੇ ਨੂੰ ਵਿਦਵਾਨ ਹੋਣ ਦਾ ਵੀ ਭਰਮ ਪੈ ਜੇ, ਉਹ ਵੀ ਬੜਾ ਮਾੜਾ ਹੁੰਦਾ। ਭਰਮ ਇਤਨਾ ਭਿਆਨਕ ਹੁੰਦਾ ਵੀ ਉਹਦੇ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਜਦੋਂ ਤੱਕ ਕੋਈ ਦੂਜਾ ਕਿਰਪਾ ਕਰਕੇ ਬਾਂਹ ਫੜ ਕੇ ਕੱਢ ਨਾ ਲਵੇ। ਆਪਣੇ ਆਪ ਨਹੀਂ ਨਿਕਲ ਹੁੰਦਾ ਭਰਮ। ਤਾਂ ਗੁਰੂ ਸਾਹਿਬ ਕਿਰਪਾ ਕਰਨ ਤਾਂ ਉਸ ਭਰਮ ਦੀ ਨਿਵਰਤੀ ਹੋਵੇ ਤੇ ਭਰਮ ਚੋਂ ਸਾਹਿਬ ਜੀ ਬਾਹਰ ਕੱਢ ਲੈਣ। ਕਈ ਤਰ੍ਹਾਂ ਦੇ ਭਰਮ ਅਸੀਂ ਆਪਣੇ ਪ੍ਰਤੀ ਵੀ ਆਪਣੇ ਹਿਰਦੇ 'ਚ ਪਾਲੇ ਹੁੰਦੇ ਆ ਕਿ ਅਸੀਂ ਤਾਂ ਇਦਾਂ ਦੀ ਬਿਰਤੀ ਰੱਖਦੇ ਹਾਂ ਜੀ, ਅਸੀਂ ਨਹੀਂ ਕਦੇ ਕਿਸੇ ਦਾ ਬੁਰਾ ਕੀਤਾ ਜੀ। ਇਹ ਵੀ ਤਾਂ ਇੱਕ ਪ੍ਰਕਾਰ ਦਾ ਭਰਮ ਹੀ ਅਸੀਂ ਪਾਲਿਆ ਹੋਇਆ ਹਿਰਦੇ 'ਚ। ਕਿਤੇ ਸਵੈ ਚਿੰਤਨ ਸਵੈ ਮੰਥਨ ਕਰਕੇ ਵੇਖੀਏ ਕਿ ਵਾਕਈ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਆਪਣੇ ਅੰਦਰ ਚੰਗੀ ਤਰ੍ਹਾਂ ਵਪਾਰ ਕਰਦੇ ਹਾਂ, ਨੌਕਰੀ ਕਰਦੇ ਹਾਂ, ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਧੰਦਾ ਕਰਦੇ ਹਾਂ, ਉਹਨਾਂ ਦੇ ਵਿੱਚ ਕਰਦਿਆਂ ਕਰਦਿਆਂ ਕਦੇ ਚਿੰਤਨ ਕਰਦਿਆਂ ਵੇਖੋ ਕਿ ਵਾਕਈ ਅਸੀਂ ਇਹਨਾਂ ਕੰਮਾਂ ਕਾਰਾਂ ਵਿੱਚ ਪ੍ਰਵਿਰਤ ਹੁੰਦਿਆਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਮੈਂ ਕਦੇ ਝੂਠ ਨਹੀਂ ਬੋਲਦਾ, ਇਹ ਵੀ ਭਰਮ ਹੀ ਪਾਲਿਆ ਹੋਇਆ ਸੀ ਕਿ ਮੈਂ ਕਦੇ ਝੂਠ ਨਹੀਂ ਬੋਲਦਾ। ਕਿੰਨੇ ਪ੍ਰਕਾਰ ਦੇ ਭਰਮ ਨੇ ਜਿਹੜੇ ਅਸੀਂ ਆਪਣੇ ਹਿਰਦੇ 'ਚ ਆਪਣੇ। ਮੈਂ ਬੜਾ ਧਰਮੀ ਕਰਮੀ ਬੰਦਾ ਹਾਂ ਜੀ, ਇਹ ਵੀ ਅਸੀਂ ਭਰਮ ਹੀ ਪਾਲਿਆ ਹੋਇਆ। ਧਰਮੀ ਨੂੰ ਕਹਿਣਾ ਨਹੀਂ ਪੈਂਦਾ ਮੈਂ ਧਰਮੀ ਹਾਂ, ਉਸ ਨੂੰ ਵੇਖ ਕੇ ਦੁਨੀਆ ਦੇ ਲੋਕ ਆਪ ਕਹਿੰਦੇ ਨੇ ਧਰਮੀ ਪੁਰਸ਼ ਇਹੋ ਜਿਹੇ ਹੁੰਦੇ ਹਨ। ਉਹਨੂੰ ਆਪਣੇ ਮੂੰਹੋਂ ਆਪ ਮੀਆਂ ਮਿੱਠੂ ਨਹੀਂ ਬਣਨਾ ਪੈਂਦਾ, ਆਪਣੇ ਮੂੰਹੋਂ ਆਪਣੇ ਸੋਹਲੇ ਆਪ ਨਹੀਂ ਗਾਉਣੇ ਪੈਂਦੇ। ਉਹਨਾਂ ਦੀ ਸੋਭਾ ਸੰਸਾਰ ਦੇ ਵਿੱਚ ਸੁਤੇ ਸਿੱਧੀ ਪ੍ਰਗਟ ਹੋ ਜਾਂਦੀ, ਉਜਾਗਰ ਹੋ ਜਾਂਦੀ ਹੈ। ਇਸ ਕਰਕੇ ਜੈ ਚੰਦ ਜੀ ਤੁਸੀਂ ਤਾਂ ਭਰਮ 'ਚ ਪਏ ਹੋਏ ਹੋ। ਤੁਸਾਂ ਨੇ ਤਾਂ ਆਪਣੇ ਹਿਰਦੇ ਵਿੱਚ ਹੀ ਨਾਹਕ ਬਿਨਾਂ ਕਾਰਨ ਤੋਂ ਭਰਮ ਪਾਲਿਆ ਹੋਇਆ। ਨਹੇ ਨਹੇ ਚੀਨਿਆ ਪਰਮਾਨੰਦਾ। ਤੁਸੀਂ ਨਹੀਂ ਜਾਣਿਆ ਉਸ ਪਰਮਾਨੰਦ ਨੂੰ। ਆਹਾ ਜੋ ਪਰਮਾਨੰਦ ਹੈ। ਜਦੋਂ ਪਰਮਾਨੰਦ ਦੀ ਗੱਲ ਹੁੰਦੀ ਹੈ ਨਾ, ਪਰਮਾਨੰਦ ਇਹਦਾ ਮਤਲਬ ਇਹ ਉਹ ਆਨੰਦ ਹੈ ਜਿਹੜਾ ਦੁਨੀਆ ਦੇ ਆਨੰਦਾਂ ਤੋਂ ਪਰੇ ਹੈ। ਆਨੰਦ ਤਾਂ ਸਾਨੂੰ ਕੋਈ ਚੰਗੀ ਵਧੀਆ ਚੀਜ਼ ਖਾਈਏ ਉਹਦੇ ਵਿੱਚ ਵੀ ਆਉਂਦਾ, ਕਹਿੰਦੇ ਆਨੰਦ ਆ ਗਿਆ। ਐਨ ਗਰਮੀ ਦੇ ਮੌਸਮ ਦੇ ਵਿੱਚ ਪੀਣ ਨੂੰ ਕੋਈ ਚੰਗਾ ਸਵਾਦ ਦੀ ਪੇय ਪਦਾਰਥ ਪ੍ਰਾਪਤ ਹੋ ਜੇ, ਆਪਾਂ ਕਹਿੰਦੇ ਆਨੰਦ ਆ ਗਿਆ। ਕੜਕਦੀ ਧੁੱਪ 'ਚ ਅਚਾਨਕ ਛਾਂ ਤੇ ਹਵਾ ਦਾ ਠੰਡਾ ਜਿਹਾ ਬੁੱਲਾ ਆ ਜੇ, ਕਹਿੰਦੇ ਆਨੰਦ ਆ ਗਿਆ। ਆਨੰਦ ਤਾਂ ਸੰਸਾਰ ਦੇ ਵਿੱਚ ਵੀ ਹੋਵੇਗਾ, ਪਰ ਉਹ ਪਰਮ ਆਨੰਦ ਨਹੀਂ ਹੈ। ਪਰਮ ਆਨੰਦ ਤਾਂ ਐਸਾ ਜਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁਖ ਸਨਿਵਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨਣਾ। ਇਹ ਪਰਮ ਆਨੰਦ ਦੀ ਦਸ਼ਾ ਹੈ। ਪੰਡਤ ਜੀ ਤੁਸੀਂ ਨਹੀਂ ਜਾਣਿਆ ਪਰਮ ਆਨੰਦ ਕੀ ਹੈ। ਗੱਲਾਂ ਹੀ ਕੀਤੀਆਂ ਨੇ ਆਨੰਦ ਦੀਆਂ। ਆਨੰਦ ਸਭ ਕੋ ਕਹੈ। ਆਨੰਦ ਤਾਂ ਸਾਰੀ ਦੁਨੀਆ ਹੀ ਕਹਿੰਦੀ ਹੈ, ਪਰ ਅਸਲ ਆਨੰਦ ਹੈ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਉਹ ਤਾਂ ਗੁਰੂ ਤੋਂ ਜਾਣਿਆ ਜਾਂਦਾ ਹੈ।
ਆਨੰਦ ਗੁਰੂ ਤੇ ਜਾਣਿਆ। ਅਸਲ ਆਨੰਦ ਦੀ ਪ੍ਰਾਪਤੀ ਤਾਂ ਗੁਰੂ ਦੀ ਸ਼ਰਨ ਵਿੱਚੋਂ ਆ ਕੇ ਹੁੰਦੀ ਹੈ। ਰਹਾਉ ਘਰ ਘਰ ਖਾਇਆ ਪਿੰਡ ਵਧਾਇਆ। ਪੰਡਤ ਜੀ ਲੋਕਾਂ ਦੇ ਨਿਉਂਦੇ ਕਬੂਲਦੇ ਹੋ, ਸਰਾਧਾਂ ਦੇ ਨਿਉਂਦੇ ਕਬੂਲਦੇ, ਹੋਰ ਕਈ ਤਰ੍ਹਾਂ ਦੇ, ਤੇ ਘਰ ਘਰ ਜਾ ਕੇ ਖਾ ਕੇ ਆਪਣੀ ਇਹ ਦੇਹ ਵਧਾ ਰਹੇ ਹੋ। ਪਿੰਡ, ਪਿੰਡ ਨਾਮ ਹੈ ਸਰੀਰ ਦਾ, ਸਰੀਰ ਹੀ ਵਧਾ ਰਹੇ ਹੋ, ਇਹਨੂੰ ਹੋਰ ਥੂਲ ਕਰੀ ਜਾਂਦੇ ਜੇ। ਜਿਨ੍ਹਾਂ ਘਰਾਂ ਦੇ ਵਿੱਚ ਜਾ ਕੇ ਖਾਂਦੇ ਹੋ ਫਿਰ ਉਹਨਾਂ ਨੂੰ ਮਾੜੇ ਕਹਿੰਦੇ ਹੋ ਵੀ ਅਸੀਂ ਸੰਨਿਆਸੀ ਉੱਤਮ ਹੁੰਦੇ, ਤਾਂ ਗ੍ਰਸਤੀ ਨੇ, ਇਹਨਾਂ ਗ੍ਰਸਤੀਆਂ ਦੀ ਥੋੜੀ ਮੁਕਤੀ ਹੋਣੀ ਹੈ, ਇਹਨਾਂ ਦੀ ਥੋੜੀ ਬੰਦ ਖਲਾਸੀ ਹੋਣੀ ਹੈ। ਵੀ ਤੁਸੀਂ ਉਹਨਾਂ ਦੇ ਘਰ ਦੀਆਂ ਰੋਟੀਆਂ ਤੋੜੋ, ਤੁਸੀਂ ਮੁਕਤ, ਤੇ ਜਿਹੜੇ ਮਿਹਨਤ ਕਰਕੇ ਰੋਟੀਆਂ ਪਕਾ ਕੇ ਤੁਹਾਨੂੰ ਖਵਾਉਣ ਤੇ ਉਹ ਬੰਧਨ 'ਚ, ਉਹ ਮੁਕਤ ਨਾ ਹੋਣ। ਕਹਿੰਦੇ ਕੈਸੀ ਸੋਹਣੀ ਥਿਊਰੀ ਹੈ ਤੁਹਾਡੀ, ਕੈਸਾ ਸੋਹਣਾ ਸਿਧਾਂਤ ਹੈ ਤੁਹਾਡਾ, ਜਿਸ ਨੂੰ ਸੁਣ ਕੇ ਇੱਕ ਬਾਲਕ ਵੀ ਹੱਸ ਜਾਵੇ। ਘਰ ਘਰ ਖਾ ਕੇ ਕੇਵਲ ਆਪਣਾ ਇਹ ਪਿੰਡ ਦੇਹ ਵਧਾ ਰਹੇ ਹੋ, ਸਰੀਰ ਵਧਾ ਰਹੇ ਹੋ। ਹਾਂਜੀ। ਖਿੰਥਾ ਮੁੰਦਾ ਮਾਇਆ। ਗੋਦੜੀ ਚੁੱਕੀ ਹੋਈ ਆ, ਗਲ 'ਚ ਪਾਈ ਹੋਈ ਖਿੰਥਾ, ਕੰਨਾਂ 'ਚ ਮੁੰਦਰਾਂ ਵੀ ਪਾਈਆਂ ਹੋਈਆਂ ਨੇ, ਪਰ ਬਿਰਤੀ ਮਾਇਆ ਵਾਲੇ ਪਾਸੇ ਲੱਗੀ ਹੋਈ ਹੈ। ਖਿੰਥਾ ਮੁੰਦਾ ਮਾਇਆ, ਬਿਰਤੀ ਮਾਇਆ ਵਿੱਚ ਲੱਗੀ ਹੋਈ ਹੈ, ਤਾੜਨਾ ਮਾਇਆ ਵਿੱਚ ਲੱਗੀ ਹੋਈ ਹੈ। ਫਿਰ ਮੁੰਦਰਾਂ ਕਿਹੜੇ ਗੱਲੇ ਧਾਰਨ ਕੀਤੀਆਂ ਨੇ? ਫਿਰ ਗਲ 'ਚ ਪਾਈਏ ਜਿਹੜੀ ਗੋਦੜੀ ਆ, ਝੋਲੀ ਆ, ਇਹ ਕਾਹਨੂੰ ਚੁੱਕੀ ਫਿਰਦੇ ਜੇ ਧਿਆਨ ਉੱਥੇ ਹੀ ਟਿਕਿਆ ਹੋਇਆ, ਸੁਰਤ ਉੱਥੇ ਹੀ ਟਿਕੀ ਹੋਈ ਹੈ ਪਦਾਰਥਾਂ ਵਿੱਚ। ਨਾਲੇ ਸੰਨਿਆਸੀ ਬਣੇ ਸੀ ਕਿ ਚਲੋ ਪਦਾਰਥਾਂ ਤੋਂ ਖਹਿੜਾ ਛੁਡਾਈਏ, ਤੇ ਪਦਾਰਥਾਂ ਦਾ ਤਿਆਗ ਕਰਦਿਆਂ 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 ਹੌਲੇ ਹੌਲੇ ਸਰੀਰ ਦੀ ਬਿਰਤੀ ਜਿਹੜੀ ਅਹੰਗ ਭਾਵ ਇਹਨੂੰ ਵੀ ਤਿਆਗੀਏ। ਤੇ ਤੁਸੀਂ ਤਾਂ ਹੋਰ ਪਕੜ ਬਣਾ ਲਈ, ਹੋਰ ਪਕੜ ਬਣਾਉਂਦੇ 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 ਅੱਗੇ ਹੋਰ ਵਾਧਾ ਵਧਾ ਲਿਆ। ਧਿਆਨ ਉੱਥੇ ਹੀ ਜੁੜਿਆ ਹੋਇਆ। ਹਾਂਜੀ। ਭੂਮ ਮਸਾਣ ਕੇ ਭਸਮ ਲਗਾਏ ਗੁਰ ਬਿਨ ਤਤ ਨ ਪਾਇਆ। ਕਹਿੰਦੇ ਸ਼ਮਸ਼ਾਨ ਭੂਮੀ ਦੀ ਸਵਾਹ ਲਿਆ ਕੇ ਸਰੀਰ ਤੇ ਮਲੀ। ਭੂਮ ਮਸਾਣ ਭਸਮ, ਭੂਮ ਮਸਾਣ ਸ਼ਮਸ਼ਾਨ ਭੂਮੀ, ਉੱਥੋਂ ਲਿਆਂਦੀ ਸਵਾਹ, ਤੇ ਉੱਥੋਂ ਲਿਆ ਕੇ ਸਵਾਹ ਸਰੀਰ ਤੇ ਲਾਈ ਤੇ ਆਖਿਆ ਅਸੀਂ ਮੁਰਦਿਆਂ ਮਨਿੰਦ ਹੋ ਗਏ। ਸ਼ਮਸ਼ਾਨ ਭੂਮੀ 'ਚ ਮੁਰਦੇ ਹੀ ਫੁਕਦੇ ਆ, ਕਹਿੰਦੇ ਜਿਵੇਂ ਉਹਨਾਂ ਮੁਰਦਿਆਂ ਦੀ ਸਵਾਹ ਆ ਉਹਦੇ ਵਾਂਗੂ ਅਸੀਂ ਵੀ ਮੁਰਦੇ ਹੋ ਗਏ। ਪਰ ਗੁਰੂ ਤੋਂ ਬਿਨਾਂ ਤਤ ਦਾ ਜਿਹੜਾ ਨਿਜ ਸਰੂਪ ਦਾ ਗਿਆਨ ਹੈ ਉਹ ਨਹੀਂ ਪ੍ਰਾਪਤ ਹੁੰਦਾ। ਸਰੀਰ ਤੇ ਸਵਾਹ ਮਲ ਕੇ, ਭਸਮ ਮਲ ਕੇ, ਪਾਤਸ਼ਾਹ ਕਹਿੰਦੇ ਤਤ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਮੇਰੇ ਪਾਤਸ਼ਾਹ ਨੇ ਬੜਾ ਸੋਹਣਾ ਉਪਦੇਸ਼ ਦਿੰਦਿਆਂ ਯੋਗੀਆਂ ਦੇ ਨਾਲ ਵਾਰਤਾਲਾਪ ਕਰਦਿਆਂ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਮੁੰਦਰਾਂ ਪਾਓ ਕਿਹੜੀਆਂ? ਸੰਤੋਖ ਦੀਆਂ। ਮੁੰਦਾ ਸੰਤੋਖ, ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਸੰਤੋਖ ਦੀਆਂ ਮੁੰਦਰਾਂ ਧਾਰਨ ਕਰੋ। ਸ਼ਰਮ, ਸ਼ਰਮ ਤੇ ਪਤ, ਪਰਮੇਸ਼ਰ ਦੀ ਪ੍ਰਤਿਸ਼ਠਾ, ਇਹਦੀ ਝੋਲੀ ਸਰੀਰ ਤੇ ਧਾਰਨ ਕਰੋ। ਗੋਦੜੀ ਧਿਆਨ ਕੀ ਕਰਹਿ ਵਿਭੂਤ। ਗੁਰੂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਨਾ, ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਨਾ, ਇਹ ਸਵਾਹ, ਇਹ ਵਿਭੂਤੀ ਆਪਣੇ ਸਰੀਰ ਤੇ ਮੜੋ ਕਿ ਤੁਹਾਡੇ ਹਿਰਦੇ 'ਚੋਂ ਕਦੇ ਗੁਰੂ ਦੇ ਧਿਆਨ ਦੀ ਵਿਸਿਮਰਤੀ ਨਾ ਹੋਵੇ, ਕਦੇ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਤੁਹਾਡੇ ਹਿਰਦੇ 'ਚੋਂ ਵਿਸਿਮਰਤ ਨਾ ਹੋਵੇ। ਇਹ ਵਿਭੂਤੀ, ਇਹ ਸਵਾਹ ਆਪਣੇ ਸਰੀਰ ਤੇ ਮੜੋ। ਫਿਰ ਖਿੰਥਾ ਕਾਲ ਕੁਆਰੀ ਕਾਇਆ, ਕਾਲ ਤੋਂ ਆਪਣੀ ਇਸ ਕਾਇਆ ਨੂੰ ਕੁਆਰੀ ਰੱਖ ਕੇ ਇਹ ਸਮਝ ਲਓ ਵੀ ਇਹੀ ਤੁਹਾਡੀ ਖਿੰਥਾ ਹੈ, ਝੋਲੀ। ਕੁਆਰੀ ਕਾਇਆ
ਇਹ ਸਰੀਰ ਨੂੰ ਹੀ ਕੁਆਰੀ ਕਾਇਆ ਸਮਝੋ, ਇਹਦੇ ਤੋਂ ਨਿਰਲੇਪ ਹੋ ਕੇ ਰਹਿਣਾ। ਔਰ ਜੁਗਤੀ ਸਹਿਤ ਪਰਮੇਸ਼ਰ ਦੀ ਆਰਾਧਨਾ ਕਰਨੀ ਜੋ ਗੁਰੂ ਨੇ ਦੱਸੀ ਹੈ। ਇਹ ਸਮਝ ਲਓ, ਇਹ ਪ੍ਰਤੀਤ ਦਾ, ਭਰੋਸੇ ਦਾ ਤੁਹਾਡੇ ਹੱਥ ਵਿੱਚ ਫੜਿਆ ਹੋਇਆ ਡੰਡਾ ਜਿਹੜੇ ਯੋਗੀ ਪਕੜਦੇ ਹਨ। ਆਈ ਪੰਥੀ ਸਗਲ ਜਮਾਤੀ, ਇਹ ਸਮਝੋ ਪ੍ਰਮਾਤਮਾ ਦੀ ਜੋਤ ਸਾਰਿਆਂ ਵਿੱਚ ਆਈ ਹੋਈ ਹੈ। ਗੁਰਦੇਵ ਨੇ ਸਾਨੂੰ ਐਸਾ ਹੀ ਭਾਸ਼ਮ, ਐਸੀ ਸਵਾਹ ਦੀ ਮਲਣ ਦੀ ਗੱਲ ਕੀਤੀ, ਗੁਰੂ ਦੇ ਧਿਆਨ ਦੀ, ਪਰਮੇਸ਼ਰ ਦੇ ਧਿਆਨ ਦੀ। ਕਹਿੰਦੇ ਸੰਨਿਆਸੀ ਜੀ, ਜੈ ਚੰਦ ਜੀ, ਉਦਾਂ ਤਾਂ ਤੁਸੀਂ ਸ਼ਮਸ਼ਾਨ ਭੂਮੀ ਦੀ ਸਵਾਹ ਲਿਆ ਕੇ ਆਪਣੇ ਸਰੀਰ ਤੇ ਮਲੀ ਹੈ, ਪਰ ਇੱਕ ਗੱਲ ਜਾਣ ਲਓ, ਆਪਣੇ ਨਿਜ ਆਤਮ ਸਵਰੂਪ ਦਾ ਬੋਧ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਗੁਰੂ ਬਿਨਾਂ ਕਿਸੇ ਨੇ ਤਤ ਨੂੰ ਨਹੀਂ ਜਾਣਿਆ। ਕਾਏ ਜਪਹੁਰ ਕਾਏ ਤਪੋਰ ਕਾਏ ਬਿਲੋਵਹੁ ਪਾਣੀ। ਹਾਂ ਪੰਡਤ ਜੀ, ਪਾਣੀ ਰਿੜਕ ਰਹੇ ਹੋ, ਪਾਣੀ ਵਿੱਚ ਮਧਾਣੀ ਪਾਈ ਹੋਈ ਆ, ਕੱਖ ਹਾਸਲ ਨਹੀਂ ਪ੍ਰਾਪਤ ਹੋਣਾ। ਜਲ ਮਥੀਆ ਜਲ ਦੇਖੀਐ ਭਾਈ, ਇਹੋ ਜਗ ਏਹਾ ਵਥ। ਤੇ ਫਿਰ ਕਾਹਦਾ ਜਾਪ ਕਰਨਾ ਤੇ ਕਾਹਦਾ ਤਪ ਕਰਨਾ। ਕਾਏ ਜਪੋਰੇ ਕਾਏ ਤਪੋਰੇ, ਕਾਹਨੂੰ ਇਹ ਜਪਦੇ ਫਿਰਦੇ ਹੋ, ਕਾਹਨੂੰ ਇਹ ਤਪਦੇ ਫਿਰਦੇ ਹੋ। ਇਹ ਤਾਂ ਤੁਸੀਂ ਪਾਣੀ ਬਿਲੋ ਰਹੇ ਹੋ। ਏਦਾਂ ਕਹਿ ਸਕਦੇ ਆ ਵੀ ਪਾਣੀ 'ਚ ਮਧਾਣੀ ਪਾਈ ਹੋਈ ਹੈ। ਲੱਖ 84 ਜਿਨ ਉਪਾਏ, ਸੋ ਸਿਮਰੋ ਨਿਰਬਾਣੀ। ਆ ਇੱਕੋ ਇੱਕ ਕੰਮ ਕਰ ਤਾਂ ਤੇਰੇ ਸਾਰੇ ਕੰਮ ਸਫਲੇ ਹੋ ਜਾਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕੋ ਕੰਮ ਕਰ ਲੈ, ਤੇਰੇ ਸਾਰੇ ਕੰਮ ਸਫਲੇ ਹੋ ਜਾਣ। ਤੇਰਾ ਰੱਖਿਆ ਸੰਨਿਆਸ ਵੀ ਸ਼ਾਇਦ ਸਫਲ ਹੋ ਜਾਏ ਜੇ ਤੂੰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੇ। ਉਹਦੇ ਭਜਨ ਤੋਂ ਬਿਨਾਂ ਸਭ ਕੁਝ ਨਿਰਾਰਥ ਹੈ। ਇਸ ਕਰਕੇ ਜਿਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ 84 ਲੱਖ ਜੂਨੀਆਂ ਪੈਦਾ ਕੀਤੀਆਂ ਨੇ, ਲੱਖ 84 ਜਿਨ ਉਪਾਈ। 84 ਲੱਖ ਜੂਨੀਆਂ ਨਿਰੰਕਾਰ ਵਿਧਾਤੇ ਨੇ ਪਰਮੇਸ਼ਰ ਨੇ ਪੈਦਾ ਕੀਤੀਆਂ ਹਨ। ਸੋ ਸਿਮਰੋ ਨਿਰਬਾਣੀ, 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 ਸੋ ਸਿਮਰੋ ਨਿਰਬਾਣੀ। ਨਿਰਵਾਣ ਜਿਸ ਨੂੰ ਕੋਈ ਆਦਤ ਨਹੀਂ, ਨਿਰਵਾਣ ਜਿਹੜਾ ਸਦਾ ਇੱਕੋ ਰਸ ਇੱਕੋ ਜਿਹਾ ਰਹਿੰਦਾ। ਖਾਲਸਾ ਜੀ, ਸੰਸਾਰ ਦਾ ਇੱਕ ਨਿਯਮ ਹੈ, ਸਾਰੇ ਜਗਤ ਦਾ, ਸਾਰੀ ਪ੍ਰਕਿਰਤੀ ਦਾ ਵੀ, ਇਹ ਬਦਲਦੀ ਹੈ, ਇਹ ਤਬਦੀਲ ਹੁੰਦੀ। ਬਦਲਣਾ, ਤਬਦੀਲ ਹੋਣਾ ਸੰਸਾਰ ਦਾ ਵਿਕਾਰ ਹੈ। ਜੋ ਬਦਲ ਜਾਏ, ਜੋ ਤਬਦੀਲ ਹੋ ਜਾਏ ਤਾਂ ਵਿਕਾਰ ਹੀ ਹੈ ਨਾ। ਤਬਦੀਲੀ, ਬਦਲਣਾ ਸਾਰੇ ਸੰਸਾਰ ਦਾ ਇੱਕ ਪ੍ਰਕਾਰ ਦਾ ਨਿਯਮ ਹੈ, ਆਦਿ ਜੁਗਾਦੀ ਮੁੱਢ ਤੋਂ ਚੱਲਦਾ ਆ ਰਿਹਾ। ਇਹ ਵਿਕਾਰ ਹੈ ਸੰਸਾਰ ਦਾ। ਪਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ ਹੈ। ਉਹ ਕਦੇ ਬਦਲਦਾ ਨਹੀਂ। ਅੱਜ ਤੋਂ ਜੁਗਾਂ ਜੁਗਾਂਤਰਾਂ ਤੋਂ ਪਹਿਲਾਂ, ਲੱਖਾਂ ਕਰੋੜਾਂ ਸਾਲ ਪਹਿਲਾਂ ਜਿਹੋ ਜਿਹਾ ਸੀ, ਅੱਜ ਵੀ ਤੈਸਾ ਹੈ, ਤੇ ਅੱਜ ਤੋਂ ਲੱਖਾਂ ਕਰੋੜਾਂ ਸਾਲ ਬਾਅਦ ਵੀ ਤੈਸਾ ਹੀ ਰਹੇਗਾ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਤੈਸਾ ਹੀ ਸੀ, ਰਚਨਾ ਰਚ ਕੇ ਵੀ ਤੈਸਾ ਹੀ ਹੈ, ਔਰ ਸਾਰੀ ਸ੍ਰਿਸ਼ਟੀ ਦਾ ਜਦੋਂ ਪਰਲੈ ਕਰੇਗਾ ਉਦੋਂ ਵੀ ਉਹਨੇ ਤੈਸਾ ਹੀ ਰਹਿਣਾ ਹੈ। ਉਹ ਤਬਦੀਲ ਨਹੀਂ ਹੁੰਦਾ, ਉਹ ਬਦਲਦਾ ਨਹੀਂ। ਇਸੇ ਕਰਕੇ ਉਹਨੂੰ ਅਬਨਾਸੀ ਕਹਿੰਦੇ ਹਨ। ਇਸੇ ਕਰਕੇ ਉਹਨੂੰ ਨਿਰਵਾਣੀ ਕਿਹਾ ਇੱਥੇ ਮਹਾਰਾਜ ਜੀ ਨੇ। ਨਿਰਵਾਣੀ ਦਾ ਮਤਲਬ ਜੋ ਤਬਦੀਲ ਨਹੀਂ ਹੁੰਦਾ, ਬਦਲਦਾ ਨਹੀਂ। ਸਾਡੀਆਂ ਆਦਤਾਂ ਬਦਲਦੀਆਂ ਰਹਿੰਦੀਆਂ ਹਨ, ਸਾਡਾ ਸੁਭਾਅ ਬਦਲਦਾ ਰਹਿੰਦਾ ਹੈ, ਸਾਡੀਆਂ ਪ੍ਰਵਿਰਤੀਆਂ ਬਦਲਦੀਆਂ ਰਹਿੰਦੀਆਂ ਨੇ, ਸਾਡਾ ਸਰੀਰ ਬਦਲਦਾ ਰਹਿੰਦਾ ਹੈ। ਪਰ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਐਸਾ ਹੈ
ਜਿਹੜਾ ਸਦਾ ਹੀ ਅਚਲ ਹੈ, ਜੋ ਚਲਾਏਮਾਨ ਨਹੀਂ ਹੈ ਔਰ ਸਦਾ ਨਿਰਵਾਣ ਹੈ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਆਦਤ ਨਹੀਂ, ਉਹਨੂੰ ਸਿਮਰੋ। ਭਗਤ ਲੋਚਨ ਜੀ ਕਹਿੰਦੇ ਤਿਸੜਾ ਸਿਮਰਨ ਕਰੋ। ਕਾਏ ਕਮੰਡਲ ਕਾਪੜਿਆ ਰੇ, ਆ ਕਾਹਨੂੰ ਹੱਥ 'ਚ ਕਰਮੰਡਲ ਫੜ ਕੇ ਸਰੀਰ ਤੇ ਕਾਪੜੀਆ ਭਗਵੇ ਰੰਗ ਦੇ ਵਸਤਰ ਧਾਰਨ ਕੀਤੇ ਹਨ। 68 ਕਾਏ ਫੇਰਾਹੇ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਕਾਹਨੂੰ 68 ਤੀਰਥਾਂ ਤੇ ਭਟਕਦੇ ਭਰਮਦੇ ਫਿਰਦੇ ਹੋ। ਜੇ ਰੱਬ ਦਾ ਭਜਨ ਨਹੀਂ ਕਰਦੇ ਤਾਂ ਇਹ ਸਾਰਾ ਕੁਝ ਇਸ ਤਰ੍ਹਾਂ ਨਿਰਾਰਥ ਹੈ, ਇਹ ਸਭ ਕੁਝ ਨਿਰਾਰਥ ਹੈ। ਫਿਰ ਹੁਣ ਕੋਈ ਆਖੇ ਵੀ ਉਹਨਾਂ ਨੂੰ ਕਹਿ ਰਹੇ ਨੇ 68 ਤੀਰਥਾਂ ਤੇ ਜਾਣਾ ਤੁਹਾਡਾ ਨਿਸ਼ਫਲ ਹੈ, ਅਸੀਂ ਵੀ ਤਾਂ ਸਰੋਵਰਾਂ ਦੇ ਇਸ਼ਨਾਨਾਂ ਨੂੰ ਜਾਂਦੇ ਹਾਂ, ਕੀ ਫਿਰ ਇਹ ਪੰਕਤੀ ਸਾਡੇ ਵਾਸਤੇ ਨਹੀਂ? ਸਾਡੇ ਵਾਸਤੇ ਵੀ ਹੈ। ਜੇ ਕੇਵਲ ਇਸ਼ਨਾਨ ਤੱਕ ਹੀ ਸੀਮਤ ਰਹੀਏ, ਸਿਮਰਨ ਤੋਂ ਵੀ ਹੋਣੇ ਹੋ ਜਾਈਏ, ਤੇ ਫਿਰ ਸਾਡੇ ਵਾਸਤੇ ਵੀ ਇਹ ਪੰਕਤੀ ਉਨੀ ਹੈ ਜਿੰਨੀ ਭਗਤ ਤਰਲੋਚਨ ਜੀ ਜੈ ਚੰਦ ਵਾਸਤੇ ਕਹਿ ਰਹੇ। ਕਿਉਂਕਿ ਇਸ਼ਨਾਨ ਦੇ ਨਾਲ ਨਾਲ ਸਿਮਰਨ ਵੀ ਹੈ ਨਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਸਿਮਰਨ ਵੀ ਹੈ ਨਾ, ਫਿਰ ਇਹ ਸਫਲੇ ਨੇ ਸਾਰੇ। ਤੇ ਜੇ ਤੁਸੀਂ ਸਿਮਰਨ ਨਹੀਂ ਕਰਦੇ, ਪਰਮੇਸ਼ਰ ਦਾ ਭਜਨ ਨਹੀਂ ਕਰਦੇ, ਤੇ ਫਿਰ ਇਹ ਕਾਹਨੂੰ ਸਰੀਰ ਤੇ ਵਸਤਰ ਧਾਰਨ ਕੀਤੇ ਹਨ ਸੰਨਿਆਸੀਆਂ ਵਾਲੇ, ਹੱਥ 'ਚ ਕਰਮੰਡਲ ਧਾਰਨ ਕੀਤਾ ਹੋਇਆ, ਇਸ ਦਾ ਕੋਈ ਲਾਭ ਨਹੀਂ। ਕਿਵੇਂ ਲਾਭ ਨਹੀਂ? ਅਗਲੀ ਪੰਕਤੀ 'ਚ ਪ੍ਰਮਾਣ ਦੇ ਕੇ ਸਮਝਾਉਂਦੇ ਹਨ। ਪਦਤ ਤਰਲੋਚਨ ਸੁਨ ਰੇ ਪ੍ਰਾਣੇ, ਕਣ ਬਿਨ ਗਾਹੋ ਕੇ ਪਾਹੇ। ਬਦਤ ਬਦਤ ਕਹਿੰਦੇ ਨੇ, ਕਹਿੰਦੇ ਹਨ ਭਗਤ ਤਰਲੋਚਨ ਜੀ ਮਹਾਰਾਜ ਜੀ ਕਹਿੰਦੇ, ਹੈ ਪ੍ਰਾਣਿਓ ਸੁਣੋ, ਕਦੇ ਕਣ ਤੋਂ ਬਿਨਾ ਪਰਾਲੀ ਵੀ ਕਿਸੇ ਨੇ ਗਾਹਣ 'ਚ ਪਾਈ ਹੈ? ਅੱਜ ਕੱਲ ਤਾਂ ਚਲੋ ਕੰਪੈਨਾਂ ਆ ਗਈਆਂ ਨੇ, ਹੜੰਬੇ ਆ ਗਏ, ਪਹਿਲਾਂ ਹੜੰਬੇ ਸਨ ਤਾਂ ਉਹਨਾਂ ਵਿੱਚ ਕਣਕ ਵਗੈਰਾ ਪਾ ਕੇ ਲੋਕ ਕੱਢ ਲੈਂਦੇ, ਜਾਂ ਅੱਜ ਕੰਪੈਨਾਂ ਆ ਗਈਆਂ। ਪਹਿਲਾਂ ਭਰੀਆਂ ਬੰਨ ਕੇ ਉਹਦਾ ਗਾਹਣ ਪਾਇਆ ਜਾਂਦਾ, ਫਲੇ ਪਾਏ ਜਾਣੇ, ਫਿਰ ਉਹ ਧਾਨ ਕੱਢਣਾ, ਤੇ ਜਦੋਂ ਉਹ ਪਰਾਲੀ ਵੱਖਰੀ ਹੋ ਜਾਣੀ, ਉਹ ਡੰਗਰਾਂ ਦੇ ਕੰਮ ਆ ਜਾਣੀ, ਪਸ਼ੂਆਂ ਦੇ ਕੰਮ ਆ ਜਾਣੀ। ਕਹਿਣ ਲੱਗੇ ਵੀ ਕੱਲੀ ਪਰਾਲੀ ਨੂੰ ਵੀ ਕਦੇ ਕਿਸੇ ਨੇ ਗਾਹਣ ਪਾਇਆ? ਜੇ ਹੁਣ ਮੰਨ ਲਓ ਵੀ ਜੀਰੀ ਲੱਗੀ ਹੈ, ਉੱਤੇ ਫਲ ਹੋਵੇ ਨਾ, ਧਾਨ ਹੋਵੇ ਨਾ, ਉੱਤੇ ਕੱਲੇ ਡੰਡੇ ਜੇ ਖੜੇ ਹੋਣ ਤੇ ਕੰਪੈਨ ਨਾਲ ਵੀ ਵੱਢ ਲਓ ਤੇ ਉਹਦੇ ਵਿੱਚੋਂ ਕੁਝ ਨਿਕਲਣਾ? ਕਣ ਤੋਂ ਬਿਨਾਂ ਕਦੇ ਕਿਸੇ ਗਾਹਣ ਪਾਇਆ? ਭਗਤ ਲੋਚਨ ਜੀ ਪੁੱਛਦੇ, ਕਹਿੰਦੇ ਨਹੀਂ ਪਾਇਆ। ਉਹਦੇ 'ਚ ਉਹਦਾ ਕੋਈ ਫਾਇਦਾ ਹੀ ਨਹੀਂ। ਮਿਹਨਤ ਕਰਨੀ ਹੈ, ਤੇਲ ਫੂਕਣਾ, ਸਰੀਰ ਦੀ ਮਸ਼ੱਕਤ ਘਾਲਣੀ, ਪਰ ਫਲ ਕੁਝ ਵੀ ਨਹੀਂ, ਫਲ ਕੁਝ ਵੀ ਪ੍ਰਾਪਤ ਨਹੀਂ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਅਗਰ ਕੇਵਲ ਕਰਮ ਕਾਂਡਾਂ 'ਚ ਹੀ ਪ੍ਰਵਿਰਤ ਹਾਂ ਤੇ ਉਹ ਸਰੀਰ ਦੀ ਕਸਰਤ ਹੈ, ਉਹਦੇ ਨਾਲ ਹੋਰ ਕੋਈ ਲਾਭ ਨਹੀਂ ਹੋਣਾ। ਕੇਵਲ ਸ਼ਰਾਮੀ ਕੀਤੀ, ਮਿਹਨਤ ਹੀ ਕੀਤੀ, ਮਿਲਿਆ ਕੁਝ ਵੀ ਨਾ। ਇਸ ਕਰਕੇ ਭਾਈ, ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਤੇ ਨਾਲ ਪਰਮੇਸ਼ਰ ਦਾ ਭਜਨ ਕਰ, ਨਿਰੰਕਾਰ ਦਾ ਸਿਮਰਨ ਕਰ।